ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇਕ ਵਾਤ। ਸਹਿਸ 18 ਕਹਿਣ ਕਤੇਬਾਂ, ਅਸੁੱਲੂ ਇਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਕੁੱਲ ਕਾਇਨਾਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਵੱਲੋਂ ਅਸੀਸ ਬਖਸ਼ੀਸ਼ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ। ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿੱਠ ਬੋਲੜੀ ਪਿਆਰੀ ਬਾਣੀ ਜਪਜੀ ਸਾਹਿਬ ਜਿਹਦੀ ਵਿਚਾਰ ਵਾਸਤੇ ਅੱਜ ਅਸੀਂ ਜੁੜੇ ਹਾਂ, ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਅੱਜ ਦੀ ਵਿਚਾਰ ਲਈ ਸਾਨੂੰ 22 ਨੰਬਰ ਪੌੜੀ ਬਖਸ਼ਿਸ਼ ਕੀਤੀ ਹੈ, ਸਾਡੀ ਝੋਲੀ ਵਿੱਚ ਪਾਈ ਹੈ। ਇੱਥੇ ਇੱਕ ਗੱਲ ਬੜੀ ਸਪਸ਼ਟ ਹੈ ਇਸ ਪੌੜੀ ਦੇ ਵਿੱਚ, ਜਦੋਂ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਅਖੀਰ 'ਚ ਕਹਿੰਦੇ ਨੇ ਕਿ ਵੱਡਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਤੇ ਉਹਦੀ ਵਡਿਆਈ ਵੀ ਬਹੁਤ ਬੇਅੰਤ ਹੈ, ਵੱਡੀ ਹੈ, ਤੇ ਕੋਈ ਵੀ ਦੁਨੀਆ ਦਾ ਇਨਸਾਨ ਜਾਂ ਕੋਈ ਵੀ ਦੁਨੀਆ ਦਾ ਧਰਮ ਸਹੀ ਮਾਇਨੇ 'ਚ ਉਹਦੀ ਵਡਿਆਈ ਨੂੰ ਵਰਣਨ ਨਹੀਂ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਨੇ ਪਤਾਲਾਂ ਅਤੇ ਆਕਾਸ਼ਾਂ ਦੀ, ਤੇ ਗੱਲ ਕਰਕੇ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਹਿੰਦੂ ਮਤ ਦੀ ਐਗਜ਼ਾਮਪਲ ਦਿੰਦੇ ਹੈ, ਤੇ ਉਹਦੇ ਤੋਂ ਬਾਅਦ ਸਤਿਗੁਰੂ ਜੀ ਐਗਜ਼ਾਮਪਲ ਦਿੰਦੇ ਨੇ ਈਸਾਈ ਮਤ, ਮੁਸਲਮਾਨ ਮਤ ਆਦਿਕ ਮਤਾਂ ਦੀ, ਜਿਸ ਦੇ ਅਧੀਨ ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ ਆਦਿਕ ਜਿਹੜੀਆਂ ਧਾਰਮਿਕ ਕਿਤਾਬਾਂ ਨੇ ਉਹ ਆਉਂਦੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਹ ਗੱਲਾਂ ਦੁਹਰਾਈਆਂ ਨੇ, ਦੁਬਾਰਾ ਬਖਸ਼ਿਸ਼ ਕੀਤੀਆਂ ਨੇ, ਸਮਝਾਈਆਂ ਨੇ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਦੱਸ ਦਿੱਤਾ ਹੈ ਕਿ ਸਾਡੀ ਜਿਹੜੀ ਵਿਚਾਰ ਹੈ ਉਹ ਬਿਲਕੁਲ ਵੱਖਰੀ ਹੈ ਦੁਨੀਆ ਦੇ ਆਮ ਮਤਾਂ ਮਤੰਤਰਾਂ ਤੋਂ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਬੜੀ ਵਿਲੱਖਣ ਸੋਚ ਦੇ ਮਾਲਕ ਸਨ। ਇੱਕ ਮੈਂ ਛੋਟੀ ਜਿਹੀ ਗੱਲ ਦੱਸ ਦੇਵਾਂ ਇਸ ਪੌੜੀ ਦੀ ਵਿਚਾਰ ਤੋਂ ਪਹਿਲਾਂ, ਕਿ ਗੁਰੂ ਨਾਨਕ ਸਾਹਿਬ ਜੀ ਇੱਦਾਂ ਦੀ ਸੋਚ ਦੇ ਮਾਲਕ ਸੀ ਕਿ ਉਹ ਦੁਨੀਆ ਦੇ ਵਿੱਚ ਵਿਚਰੇ ਨੇ, ਲੇਕਿਨ ਉਹ ਰਹੇ ਫੁੱਲਾਂ ਵਾਂਗੂ ਨੇ, ਕਦੇ ਵੀ ਕਿਸੇ ਦੇ ਉੱਤੇ ਭਾਰ ਨਹੀਂ ਬਣੇ ਨੇ। ਤੇ ਜਦੋਂ ਉਹ ਕਿਸੇ ਨੂੰ ਸਮਝਾਉਂਦੇ ਵੀ ਨੇ, ਜਿਸ ਤਰ੍ਹਾਂ ਆਪਾਂ ਸਿੱਧ ਗੋਸ਼ਟ ਪੜ੍ਹਦੇ ਹਾਂ, ਤਾਂ ਸਿੱਧ ਗੋਸ਼ਟ ਦੀ ਪਾਉਣ ਬਾਣੀ ਦੇ ਵਿੱਚ ਇੱਕ ਚਰਪਟ ਨਾਥ ਨਾਮ ਦਾ ਸਿੱਧ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਕਰਦਾ ਹੈ ਕਿ ਦੁਨੀਆ ਦੁਤਰ ਸਾਗਰ ਕਹੀਏ, ਕਿਉਂ ਕਰ ਪਾਈਏ ਪਾਰੋ। ਕਿ ਦੁਨੀਆ ਦੇ ਬਾਰੇ ਇਹ ਕਿਹਾ ਜਾਂਦਾ ਹੈ ਵੀ ਔਖਾ ਹੈ ਤਰਨਾ ਸੰਸਾਰ ਨੂੰ, ਕਿਉਂਕਿ ਬੰਦਾ ਡੁੱਬ ਜਾਂਦਾ ਹੈ। ਇੱਕ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਨੇ ਵੀ ਆਪਣੀ ਪਾਉਣ ਬਾਣੀ ਵਿੱਚ ਆਖਿਆ ਕਿ ਸੰਸਾਰ ਜਿਹੜਾ ਨਾ ਇੱਕ ਇਸ ਤਰ੍ਹਾਂ ਦਾ ਸਰੋਵਰ ਹੈ ਜਿਹਦੇ ਵਿੱਚ ਮੋਹ ਦਾ ਚਿੱਕੜ ਭਰਿਆ ਪਿਆ ਹੈ। ਤੇ ਉੱਥੇ ਗੁਰੂ ਅਰਜਨ ਸਾਹਿਬ ਜੀ ਵੀ ਇਸ ਸੰਸਾਰ ਦੀ ਐਗਜ਼ਾਮਪਲ ਦਿੰਦੇ ਆ, ਕਹਿੰਦੇ ਨੇ ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤੈਂ ਡੂਬੀ ਅਲੇ। ਲੋਕ ਡੁੱਬਦੇ ਜਾ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੱਧ ਸਵਾਲ ਕਰਦਾ ਹੈ ਕਿ ਦੁਨੀਆ ਦੇ ਵਿੱਚੋਂ ਤਰਨਾ ਬਹੁਤ ਔਖਾ ਹੈ, ਤੇ ਕੋਈ ਤਰਨ ਦਾ ਸਹੀ ਰਸਤਾ ਹੈ, ਤਰੀਕਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਅੱਗੋਂ ਜਵਾਬ ਬੜਾ ਕਮਾਲ ਦਾ ਦਿੰਦੇ ਨੇ, ਕਹਿੰਦੇ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ, ਲੇਕਿਨ ਜਦੋਂ ਉੱਡਦੀ ਹੈ ਤੇ ਉਹਦੇ ਖੰਭ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਾਣੀ ਨਹੀਂ ਲੱਗਾ ਹੁੰਦਾ। ਪਾਣੀ 'ਚ ਰਹਿੰਦੀ ਹੈ, ਪਾਣੀ 'ਚ ਚੁੱਭੀਆਂ ਮਾਰਦੀ ਹੈ, ਪਾਣੀ 'ਚੋਂ ਹੀ ਰਿਜ਼ਕ ਲੈਂਦੀ ਹੈ, ਲੇਕਿਨ ਫਿਰ ਵੀ ਅਚਨਚੇਤ ਹੀ ਉੱਡ ਜਾਂਦੀ ਹੈ ਆਕਾਸ਼ਾਂ ਵਿੱਚ, ਉਹਦੇ ਖੰਭਾਂ ਨੂੰ ਪਾਣੀ ਜਿਹੜਾ ਅਸਰ ਨਹੀਂ ਕਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤਰ੍ਹਾਂ ਦੁਨੀਆ 'ਚ ਰਹੋ ਜਿਸ ਤਰ੍ਹਾਂ ਮੁਰਗਾਬੀ ਰਹਿੰਦੀ ਹੈ, ਰਹੋ ਸੰਸਾਰ ਵਿੱਚ, ਕਿਰਤਕਾਰ ਕਰੋ, ਸਾਰਾ ਕੁਝ ਕਰੋ, ਲੇਕਿਨ ਜਿਹੜੀਆਂ ਉਡਾਰੀਆਂ ਨੇ ਨਾ ਉਹ ਮਾਰਦੇ ਰਹੋ। ਤੁਹਾਡੇ ਉੱਤੇ ਸੰਸਾਰ ਅਸਰ ਨਾ ਕਰੇ, ਕਿਤੇ ਐਸਾ ਨਾ ਹੋਵੇ ਵੀ ਇਹ ਦੁਨੀਆ ਤੁਹਾਡੇ ਖੰਭਾਂ ਨੂੰ ਕੱਟ ਦੇਵੇ, ਸੰਸਾਰ ਤੁਹਾਡੀ ਆਜ਼ਾਦੀ ਖੋਹ ਲਵੇ। ਰਹੋ ਦੁਨੀਆ ਦੇ ਵਿੱਚ, ਲੇਕਿਨ ਉਸ ਕਰਤੇ ਨੂੰ, ਨਿਰੰਕਾਰ ਨੂੰ ਜ਼ਰੂਰ ਯਾਦ ਕਰਦੇ ਰਹੋ। ਫਿਰ ਅਗਲੀ ਗੱਲ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਪੈਦਾ ਹੁੰਦਾ ਹੈ, ਪਰ ਕਦੇ ਵੀ ਉਹ ਆਪਣੀਆਂ ਪੰਖੜੀਆਂ ਨੂੰ ਗੰਦਾ ਨਹੀਂ ਹੋਣ ਦਿੰਦਾ, ਉਹਨਾਂ ਤੇ ਚਿੱਕੜ ਜਾਂ ਪਾਣੀ ਨਹੀਂ ਠਹਿਰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਬੰਦੇ ਦਾ ਮਨ ਨਿਰਲੇਪ ਹੋਣਾ ਚਾਹੀਦਾ। ਆਪਣੇ ਪਰਿਵਾਰ 'ਚ ਰਹੋ, ਸੰਸਾਰ 'ਚ ਰਹੋ, ਕਿਰਤ ਕਰ ਕਰੋ,
ਜਿਵੇਂ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਤੇ ਬਚਨ ਹੈ ਨਾ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਆਪਣੇ ਹੱਥਾਂ ਪੈਰਾਂ ਨਾਲ ਆਪਣੀ ਕਿਰਤਕਾਰ ਕਰੋ, ਲੇਕਿਨ ਚਿੱਤ ਜਿਹੜਾ ਇੱਕ ਨਿਰੰਜਨ, ਇੱਕ ਨਿਰੰਕਾਰ ਨਾਲ ਜੁੜ ਕੇ ਰੱਖਣਾ ਹੈ ਅਸੀਂ। ਇੱਥੇ ਮੈਂ ਹੁਣ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵਿਹਲੜਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ। ਕਿਤੇ ਨਾ ਕਿਤੇ ਇਸ ਗੱਲ ਨੂੰ ਅਸੀਂ ਭੁਲਾ ਚੁੱਕੇ ਹਾਂ। ਅੱਜ ਅਸੀਂ ਵਿਹਲੜਾਂ ਦੇ ਗੋਡੇ ਘੁੱਟਦੇ ਹਾਂ, ਉਹਨਾਂ ਨੂੰ ਨਮਸਕਾਰਾਂ ਕਰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਨੇ ਕਿਤੇ ਵਿਹਲੜਾਂ ਨੂੰ ਪ੍ਰਵਾਨ ਨਹੀਂ ਸੀ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਖੁਦ ਹੱਥੀਂ ਕਿਰਤ ਕਰਨ ਦੀ ਗੱਲ ਦੱਸਦੇ ਰਹੇ ਨੇ। ਤੇ ਨਾਲ ਦੀ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਵੀ ਕਹਿੰਦੇ ਨੇ ਕਿ ਰੱਬ ਨੇ ਕਦੇ ਨਹੀਂ ਕਿਹਾ ਵੀ ਮੈਨੂੰ ਮਿਲਣਾ ਤੇ ਘਰ-ਬਾਰ ਛੱਡ ਕੇ ਵਿਸ਼ੇਸ਼ ਤੌਰ ਤੇ ਸਮਾਧੀਆਂ ਲਗਾਓ ਫਿਰ ਤੁਹਾਨੂੰ ਮੈਂ ਮਿਲਾਂਗਾ। ਸਿੱਧ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਜਿਸ ਤਰ੍ਹਾਂ ਕਮਲ ਅਤੇ ਮੁਰਗਾਈ, ਨੈ ਸਾਣੇ ਦਾ ਮਤਲਬ ਹੈ ਨਦੀ ਦੇ ਵਿੱਚ ਰਹਿਣ ਵਾਲੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਸੇ ਤਰ੍ਹਾਂ ਹੀ ਜਿਹੜਾ ਇਨਸਾਨ ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਦੇ ਵਿੱਚ ਅਭੇਦ ਕਰ ਲੈਂਦਾ ਹੈ, ਉਹਦਾ ਪਾਰ ਉਤਾਰਾ ਬਹੁਤ ਸੌਖਾ ਹੈ। ਤੇ ਗੱਲ ਮੁੱਕਦੀ ਸ਼ਬਦ ਉੱਤੇ ਹੈ, ਤੇ ਸ਼ਬਦ ਹੀ ਸਾਰਾ ਕੁਝ ਹੈ। ਆਪਣੇ ਜੀਵਨ ਨੂੰ ਸ਼ਬਦ ਨਾਲ ਸਿੱਖ ਨੇ ਜੋੜਨਾ ਹੈ, ਨਾ ਕਿ ਕਿਸੇ ਦੇ ਗੋਡੇ ਗਿੱਟੇ ਘੁੱਟਣੇ ਨੇ। ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਨਾਲ ਜੁੜਨਾ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਸਾਡੇ ਉੱਤੇ ਰਹਿਮਤਾਂ ਕੀਤੀਆਂ ਨੇ ਕਿ ਉਹਨਾਂ ਨੇ ਇਸ ਦੁਨੀਆ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਹੀ ਰੱਬ ਨੂੰ ਮਿਲਣ ਦੀ ਜਿਹੜੀ ਜਾਚ ਹੈ ਉਹ ਆਪਣੇ ਸਿੱਖ ਨੂੰ ਸਿਖਾਈ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕੀਤੀ ਹੈ ਹਿੰਦੂ ਮਤ ਦੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਵੇਦ ਇੱਕ ਜ਼ੁਬਾਨ ਨੇ ਇਸ ਗੱਲ ਤੇ, ਕਿ ਜੇ ਰੱਬ ਦੀ ਕੁਦਰਤ ਦੀ ਗੱਲ ਕਰੀਏ ਤੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਪਤਾਲਾਂ ਦੇ ਹੇਠਾਂ ਲੱਖਾਂ ਪਤਾਲ ਨੇ, ਆਕਾਸ਼ਾਂ ਉੱਤੇ ਹੋਰ ਲੱਖਾਂ ਆਕਾਸ਼ ਨੇ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਓੜਕ ਓੜਕ ਭਾਲ ਥੱਕੇ, ਵੱਡੇ ਵੱਡੇ ਰਿਸ਼ੀ ਮੁਨੀ ਅਵਤਾਰ ਪਰਮਾਤਮਾ ਦੀ ਇਸ ਬਣਾਈ ਕਾਇਨਾਤ ਦਾ ਅਖੀਰਲਾ ਬੰਨਾ ਲੱਭਣ ਦੇ ਲਈ ਥੱਕ ਗਏ, ਅੱਕ ਗਏ, ਲੇਕਿਨ ਰੱਬ ਦੀ ਬਣਾਈ ਹੋਈ, ਪਰਮੇਸ਼ਰ ਦੀ ਬਣਾਈ ਹੋਈ ਇਸ ਮਹਾਨ ਕੁਦਰਤ ਦਾ ਕੋਈ ਬੰਦਾ ਆਖਰੀ ਬੰਨਾ ਨਹੀਂ ਲੱਭ ਸਕਿਆ। ਹੁਣ ਗੁਰੂ ਨਾਨਕ ਸਾਹਿਬ ਨੇ ਇੱਥੇ ਐਗਜ਼ਾਮਪਲ ਇੱਕ ਧਰਮ ਦੀ ਦਿੱਤੀ ਹੈ, ਉਹ ਹਿੰਦੂ ਧਰਮ ਹੈ, ਕਿ ਸਾਰੇ ਵੇਦ, ਉਹਨਾਂ ਦੀਆਂ ਕਿਤਾਬਾਂ ਇਹ ਕਹਿੰਦੀਆਂ ਨੇ ਕਿ ਰੱਬ ਦੀ ਬਣਾਈ ਹੋਈ ਕੁਦਰਤ ਲੱਖਾਂ ਦੀ ਹਿੰਦਸਿਆਂ ਵਿੱਚ ਉਹਨੂੰ ਗਿਣਿਆ ਜਾ ਸਕਦਾ ਹੈ। ਪਤਾਲਾਂ ਤੇ ਆਕਾਸ਼ ਲੱਖਾਂ ਦੇ ਹਿੰਦਸਿਆਂ ਦੀ ਗੱਲ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਸਹਿਸ 18 ਕਹਿਣ ਕਤੇਬਾਂ, ਕਿ ਮੁਸਲਮਾਨ ਈਸਾਈ ਮਤ ਆਦਿਕ, ਸਾਰੇ ਦੇ ਸਾਰੇ ਜਿਹੜੇ ਮਤ ਨੇ, ਜਿਨ੍ਹਾਂ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜ਼ੰਬੂਰ, ਤੌਰੇਤ, ਅੰਜੀਲ, ਕੁਰਾਨ, ਇਹ 4 ਕਿਤਾਬਾਂ ਹੁੰਦੀਆਂ ਨੇ। ਉਹਨਾਂ 4 ਕਿਤਾਬਾਂ ਦੀ ਫਿਲਾਸਫੀ ਇਹ ਗੱਲ ਦੱਸਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਕੁਦਰਤ ਵਿੱਚ 18,000 ਆਲਮ ਹੈ। ਅਸੁੱਲੂ ਇੱਕ ਧਾਤ, ਅਸੁੱਲੂ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਉਚਾਰਨ ਅਸੀਂ ਬੜੇ ਵਧੀਆ ਤਰੀਕੇ ਨਾਲ ਕਰਨਾ ਹੈ। ਅਸੁੱਲੂ, ਅਸਲੂ ਨਹੀਂ ਬੋਲਣਾ ਇਹਨੂੰ। ਅਸੁੱਲੂ ਇੱਕ ਧਾਤ, ਭਾਵ ਕਿ ਸਾਰਿਆਂ ਦਾ ਮੁੱਢ ਜਿਹੜਾ ਹੈ, ਸਾਰਿਆਂ ਦਾ ਜਿਹੜਾ ਅਸਲਾ ਹੈ ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ, ਪਰਮਾਤਮਾ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 2 ਧਰਮਾਂ ਦੀ ਜਦੋਂ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੱਲ ਕਰ ਦਿੱਤੀ। ਕਹਿੰਦੇ ਦੇਖੋ, ਲੇਖਾ ਹੋਏ ਤਾਂ ਲਿਖੀ ਹੈ, ਲੇਖੇ ਹੋਏ ਵਿਨਾਸ਼। ਕਹਿੰਦੇ ਰੱਬ ਦੀ ਕੁਦਰਤ ਦਾ ਕੋਈ ਬੰਦਾ ਲੇਖਾ ਜੋਖਾ ਪਾ ਹੀ ਨਹੀਂ ਸਕਦਾ। ਪਰਮਾਤਮਾ ਦੀ ਬਣਾਈ ਕੁਦਰਤ ਦਾ ਕੋਈ ਬੰਦਾ ਲੇਖਾ ਜੋਖਾ ਪਾ ਹੀ ਨਹੀਂ ਸਕਦਾ। ਨਾ ਤਾਂ ਉਹਨੂੰ ਲੱਖਾਂ ਦੀ ਗਿਣਤੀ ਵਿੱਚ ਤੇ ਨਾ ਉਹਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਦ ਕੀਤਾ ਜਾ ਸਕਦਾ ਹੈ, ਕਿਉਂਕਿ ਗਿਣਤੀਆਂ ਮਿੰਤੀਆਂ ਦੇ ਵਿੱਚ ਬੰਦਾ ਕੈਦ ਹੋ ਸਕਦਾ ਹੈ, ਪਰਮਾਤਮਾ ਗਿਣਤੀਆਂ ਮਿੰਤੀਆਂ ਦੇ ਚੱਕਰ ਵਿੱਚ ਨਹੀਂ ਆਉਂਦਾ। ਤੇ ਰੱਬ ਜਿਹੜਾ ਇੰਨਾ ਮਹਾਨ ਹੈ, ਜੇਕਰ ਕੋਈ ਇਨਸਾਨ ਤੁਹਾਨੂੰ, ਜਿਵੇਂ ਕਿ ਨਿਰੰਕਾਰੀ ਮਤ ਹੈ, ਅੱਜ ਮੈਂ ਉਹਦੀ ਤੁਹਾਨੂੰ ਗੱਲ ਦੱਸ ਦੇਣਾ, ਜਿਵੇਂ ਕਿ ਨਿਰੰਕਾਰੀ ਇੱਕ ਮਤ ਹੈ ਜਿਹਨੂੰ ਕਿ ਸਿੱਖ ਆਮ ਕਰਕੇ ਨਰਕਧਾਰੀ ਦੇ ਨਾਮ ਨਾਲ ਯਾਦ ਕਰਦੇ ਨੇ, ਨਿਰੰਕਾਰੀ ਨਹੀਂ ਕਹਿੰਦੇ, ਨਿਰੰਕਾਰੀ ਮਤ ਹੈ। ਹੁਣ ਜੇਕਰ ਤੁਹਾਨੂੰ ਕੋਈ ਉਹਨਾਂ ਦਾ ਬਾਬਾ ਇਹ ਗੱਲ ਕਵੇ ਕਿ ਮੇਰੀਆਂ ਤਲੀਆਂ ਦੇ ਵਿੱਚ ਰੱਬ ਵਸਦਾ ਹੈ, ਤੇ ਉਹ ਇੱਕ ਲਾਈਨ ਬਣਾ ਕੇ ਖੜਾ ਕਰ ਦੇਵੇ ਸਾਰਿਆਂ ਨੂੰ,
ਤੇ ਲੋਕ ਆ ਰਹੇ ਹੋਣ, ਆਪਣੀਆਂ ਤਲੀਆਂ ਵਿਖਾਵੇ ਵੀ ਇਹਦੇ ਵਿੱਚ ਝਾਤ ਮਾਰੋ, ਅੱਖ ਦੇ ਨਾਲ ਵੇਖੋ, ਤੁਹਾਨੂੰ ਇਹਦੇ ਚੋਂ ਰੱਬ ਨਜ਼ਰ ਆਵੇਗਾ। ਤੇ ਰੱਬ ਤਾਂ ਕੀ ਨਜ਼ਰ ਆਉਣਾ, ਉਹਦੇ 'ਚ ਤਾਂ ਹਨੇਰਾ ਹੀ ਨਜ਼ਰ ਆਉਣਾ ਤਲੀਆਂ ਦੇ ਵਿੱਚ। ਜਿਹੜਾ ਅਕਾਲ ਪੁਰਖ ਵਾਹਿਗੁਰੂ ਇੰਨਾ ਮਹਾਨ ਹੈ, ਉਹਨੂੰ ਇਹੋ ਜਿਹਾ ਪਖੰਡੀ ਲੋਕਾਂ ਨੇ, ਸਾਧਾਂ ਨੇ ਆਪਣੀ ਤਲੀਆਂ ਦੇ ਵਿੱਚ ਜਮਾ ਲਿਆ, ਜਿਵੇਂ ਤਲੀਆਂ ਦੇ ਵਿੱਚ ਸਰੋਂ ਜੰਮਦੀ। ਪਰਮਾਤਮਾ ਨੂੰ ਇੰਨਾ ਮਹਾਨ ਰਹਿਣ ਨਹੀਂ ਦਿੱਤਾ ਉਹਨਾਂ ਨੇ। ਉਹਨਾਂ ਨੇ ਕਿਹਾ ਰੱਬ ਤਾਂ ਖਿਡਾਉਣਾ ਸਾਡਾ, ਉਹਨੂੰ ਤਾਂ ਆਪਾਂ ਤਲੀਆਂ 'ਚ ਰੱਖਿਆ, ਉਹ ਤੁਹਾਨੂੰ ਤਲੀਆਂ ਵਿੱਚੋਂ ਰੱਬ ਵਿਖਾਉਂਦੇ ਆ। ਤੇ ਜੇ ਇੱਕ ਲਾਈਨ ਜਾ ਰਹੀ ਹੈ, ਲਾਈਨ ਦੇ ਵਿੱਚ ਲੋਕ ਖੜੇ ਨੇ, ਆਓ ਜੀ ਰੱਬ ਦੇਖਦੇ ਹਾਂ ਆਪਾਂ ਤਲੀ ਦੇ ਵਿੱਚੋਂ ਬਾਬੇ ਦੀ। ਜਿਹਨੇ ਤੇ ਕਹਿਤਾ ਬਾਬਾ ਜੀ ਮੈਨੂੰ ਤਾਂ ਦਰਸ਼ਨ ਹੋ ਗਏ, ਉਹਨੇ ਕਹਿਣਾ ਜੀ ਵਾਹ ਤੂੰ ਬਹੁਤ ਵੱਡਿਆਂ ਭਾਗਾਂ ਵਾਲਾ, ਤਾਂ ਤੈਨੂੰ ਰੱਬ ਦੇ ਦਰਸ਼ਨ ਹੋਏ। ਤੇ ਦਰਸ਼ਨ ਤਾਂ ਉਹਨੂੰ ਵੀ ਨਹੀਂ ਹੋਏ, ਦੇਖੂਗੇ ਤਲੀਆਂ ਦੇ ਵਿੱਚੋਂ ਦੀ ਬਾਬੇ ਦੀ ਬੋਈ ਸੁੰਘਣੀ ਜਾਂ ਹਨੇਰਾ। ਤੇ ਜਿਹਨੇ ਵੇਖ ਕੇ ਕਿਹਾ ਵੀ ਬਾਬਾ ਜੀ ਅੰਦਰ ਤਾਂ ਹਨੇਰਾ ਨਜ਼ਰ ਆਉਂਦਾ, ਹੋਰ ਤਾਂ ਕੱਖ ਵੀ ਨਹੀਂ, ਤਾਂ ਉਹਨੂੰ ਨੇ ਕਹਿਣਾ ਤੂੰ ਬੜਾ ਵੱਡਾ ਪਾਪੀ ਹੋਣਾ, ਤਾਂ ਤੈਨੂੰ ਰੱਬ ਨਜ਼ਰ ਨਹੀਂ ਆ ਰਿਹਾ, ਤੂੰ ਦੁਬਾਰਾ ਦੂਜੀ ਵਾਰੀ ਆਈ ਤੇ ਭਜਨ ਬੰਦਗੀ ਕਰਕੇ ਆਈ। ਇਹ ਸਾਡੇ ਹਾਲਾਤ ਹੈ। ਜਿਵੇਂ ਇਹ 100 ਬੀਬੀਆਂ ਇੱਕ ਬਾਬੇ ਕੋਲ ਜਾਂਦੀਆਂ ਨੇ ਕਿ ਬਾਬਾ ਜੀ ਪੁੱਤਰ ਦੀ ਦਾਤ ਬਖਸ਼ਿਸ਼ ਕਰੋ, ਤੇ ਬਾਬਾ ਸੇਬ ਜਾਂ ਕੇਲੇ ਵੰਡ ਦੇਵੇ ਉੱਥੇ। ਤੇ ਉਹਦੇ ਤੋਂ ਬਾਅਦ ਉਹਨਾਂ 100 ਦੇ ਵਿੱਚੋਂ ਜੇ 10 ਜਾਣਿਆਂ ਦੇ ਕੁਦਰਤੀ ਪੁੱਤਰ ਹੋ ਗਿਆ, ਨੇਚਰ ਤੌਰ ਤੇ ਪੁੱਤਰ ਹੋ ਗਿਆ, ਤੇ ਉਹਨਾਂ ਤੇ ਕਹਿਣਾ ਬਾਬੇ 'ਚ ਬੜੀ ਭਗਤੀ, ਬਾਬਾ ਬਹੁਤ ਭਗਤੀ ਕਰਦਾ ਤੇ ਬੜਾ ਸ਼ਕਤੀਵਾਨ ਹੈ। ਫਿਰ ਤਾਂ ਬਾਬੇ ਦੇ ਘੁੱਟਣਗੇ ਚਰਨ। ਤੇ ਜਿਨ੍ਹਾਂ 90 ਜਾਣਿਆਂ ਦੇ ਪੱਲੇ ਕੱਖ ਨਹੀਂ ਪਿਆ, ਉਹਨਾਂ ਨੇ ਕਹਿਣਾ ਤੁਸੀਂ ਸਾਡੇ ਦਿੱਤੇ ਹੋਏ ਫਲ ਫਰੂਟ ਨੂੰ ਸਹੀ ਤਰ੍ਹਾਂ ਇਸਤੇਮਾਲ ਨਹੀਂ ਕੀਤਾ, ਤਾਂ ਤੁਹਾਡੀ ਝੋਲੀ ਦੇ ਵਿੱਚ ਪੁੱਤਰ ਦੀ ਦਾਤ ਜਿਹੜੀ ਹੈ ਉਹ ਨਹੀਂ ਪਈ ਹੈ। ਇਹ ਸਾਡੇ ਹਾਲਾਤ ਹੈ। ਪਿਛੇ ਜਿਹੀ ਦੀ ਗੱਲ ਹੈ, ਇੱਕ ਪਰਿਵਾਰ ਨੇ ਮੈਨੂੰ ਕਿਹਾ ਕਿ ਸਾਡੇ ਨਾ ਘਰ ਦੇ ਵਿੱਚ ਬਜ਼ੁਰਗ ਮਾਤਾ ਭੇਵੇ ਵਾਲੇ ਬਾਬੇ ਦੀ ਬਹੁਤ ਸ਼ੌਕੀਨ ਸੀ, ਤੇ ਬਾਬੇ ਭੇਵੇ ਵਾਲੇ ਨੂੰ ਮੰਨਦੀ ਹੁੰਦੀ ਸੀ। ਭੇਵੇ ਵਾਲੇ ਬਾਬੇ ਨੇ ਇੱਕ ਦਿਨ ਕਿਹਾ ਵੀ ਤੁਹਾਡੇ ਘਰ ਦੇ ਵਿੱਚ ਅਗਲੀ ਵਾਰ ਪੁੱਤਰ ਹੀ ਹੋਣਾ ਹੈ, ਪੁੱਤਰ ਹੀ ਆਵੇਗਾ ਅਗਲੀ ਵਾਰੀ। ਤੇ ਮਾਤਾ ਨੇ ਜਿਹੜੀ ਸੱਸ ਸੀ, ਉਹਨੇ ਆਪਣੀ ਨੂੰਹ ਨੂੰ ਚੰਗਾ ਘਿਓ ਖਵਾਇਆ, ਚੰਗੀ ਉਹਦੀ ਰੱਜ ਕੇ ਸੇਵਾ ਕੀਤੀ, ਤੇ ਬੜੀਆਂ ਘਰ ਦੇ ਵਿੱਚ ਖੁਸ਼ੀਆਂ ਵੀ ਬਾਬੇ ਦਾ ਬਚਨ ਤਾਂ ਅਟਲ ਹੈ ਜੀ, ਬਾਬਾ ਬਚਨ ਜਿਹੜਾ ਉਹ ਗਲਤ ਕਰ ਹੀ ਨਹੀਂ ਸਕਦਾ। ਹੋਇਆ ਕਿ ਜਦੋਂ ਡਿਲੀਵਰੀ ਹੋਈ ਔਰਤ ਦੀ, ਤਾਂ ਧੀ ਪੈਦਾ ਹੋ ਗਈ। ਬਾਬਾ ਜੀ ਕਦੇ ਕੁਦਰਤੀ ਪਿੰਡ ਵਿੱਚ ਆਏ, ਬਾਬਾ ਜੀ ਘਰ ਵਿੱਚ ਆ ਗਏ, ਪਤਾ ਲੱਗਾ ਵੀ ਬਾਬਾ ਜੀ ਆਏ ਹੈ, ਤੇ ਬਾਬੇ ਦੀ ਆਓ ਭਗਤਾਂ ਕੀਤੀ। ਨਾਲ ਦੀ ਨਾਲ ਬਾਬੇ ਨੇ ਇਹ ਵੀ ਕਿਹਾ, ਕਹਿੰਦੇ ਕਿੱਦਾਂ ਹੋ ਗਈ ਕਰਾਮਾਤ, ਫਿਰ ਪੈਦਾ ਹੋ ਗਿਆ ਪੁੱਤਰ। ਤੇ ਜਿਹੜੀ ਮਾਤਾ ਸੀ ਉਹ ਕੀ ਸੜੀ ਬੋਲੀ, ਕਹਿੰਦੀ ਬਾਬਾ ਤੇਰਾ ਬਹਿ ਜੇ ਬੇੜਾ, ਇੰਨਾ ਕੁਛ ਤੂੰ ਸਾਥੋਂ ਕਰਾਇਆ, ਤੂੰ ਕਹਿੰਦਾ ਸੀ ਵੀ ਪੁੱਤਰ ਪੈਦਾ ਹੋਣਾ, ਹੋਈ ਤਾਂ ਦੁਬਾਰਾ ਫਿਰ ਧੀ। ਤੇ ਬਾਬਾ ਕੋ ਕਹਿੰਦਾ ਮੇਰਾ ਕੀ ਕਸੂਰ, ਤੁਹਾਡਾ ਕਸੂਰ ਹੈ, ਤੁਸੀਂ ਸਹੀ ਤਰੀਕੇ ਨਾਲ ਮੇਰੀਆਂ ਗੱਲਾਂ ਨੂੰ ਫੋਲੋ ਨਹੀਂ ਕੀਤਾ ਹੋਣਾ। ਵਹਿਮਾਂ ਦੇ ਵਿੱਚ ਐਸਾ ਪਾਇਆ ਦੁਨੀਆ ਨੂੰ ਕਿ ਲੋਕ ਉਹਨਾਂ ਵਹਿਮਾਂ ਚੋਂ ਬਾਹਰ ਹੀ ਨਹੀਂ ਨਿਕਲੇ ਅਜੇ ਤੱਕ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਸਾਡੇ ਉੱਤੇ ਕੀਤੀ ਹੈ। ਇਹੋ ਜਿਹੀਆਂ ਕਰਮ ਕਾਂਡਾਂ ਤੋਂ ਤੇ ਇਹੋ ਜਿਹੀਆਂ ਪਾਪੀਆਂ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਬਚਾਇਆ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਪਾਵਨ ਬਾਣੀ 'ਚ ਕਿਹਾ ਵੀ ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਉਹਦੀ ਮਹਾਨ ਕੁਦਰਤ ਦਾ ਲੇਖਾ ਤਾਂ ਹੀ ਹੋ ਸਕਦਾ ਹੈ ਜੇਕਰ ਲੇਖਾ ਹੋ ਸਕਦਾ ਹੋਵੇ। ਲੇਖਾ ਹੋਏ, ਜੇ ਲੇਖਾ ਹੋਵੇ ਤਾਂ ਹੀ ਲਿਖੀਐ, ਤਾਂ ਹੀ ਲਿਖਿਆ ਜਾ ਸਕਦਾ ਹੈ। ਲੇਖੇ ਹੋਏ ਵਿਨਾਸ਼, ਤੁਸੀਂ ਲੇਖਾ ਉਹਦਾ ਕਰ ਹੀ ਨਹੀਂ ਸਕਦੇ, ਉਹ ਲਿਖਤੀ ਦੇ ਵਿੱਚ ਆ ਹੀ ਨਹੀਂ ਸਕਦਾ। ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਉਹ ਇੰਨਾ ਮਹਾਨ ਹੈ, ਇੰਨਾ ਵੱਡਾ ਹੈ ਕਿ ਉਹ ਆਪਣੀ ਵਡਿਆਈ ਦਾ ਖੁਦ ਮਾਲਕ ਹੈ। ਦੁਨੀਆ ਦਾ ਕੋਈ ਬੰਦਾ ਉਹਦੀ ਵਡਿਆਈ ਨੂੰ ਨਹੀਂ ਜਾਣ ਸਕਦਾ, ਇੰਨੀ ਮਹਾਨ ਉਹਦੀ ਵਡਿਆਈ ਹੈ। ਤੇ ਜੇ ਉਸ ਪ੍ਰਮਾਤਮਾ ਦੇ ਪਾਵਨ ਚਰਨਾਂ ਨਾਲ ਜੁੜਨਾ ਹੈ ਤੇ ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਨੂੰ ਤਾਂ ਸਿੱਖੋ, ਫੋਲੋ ਕਰਨਾ ਪੈਣਾ ਹੈ। ਜੇ ਤੁਸੀਂ ਪ੍ਰਮਾਤਮਾ ਦੇ ਸਹੀ ਮਾਇਨੇ ਤੇ ਦਰਸ਼ਨ ਕਰਨੇ ਨੇ ਤੇ ਤੁਹਾਨੂੰ ਕਿਸੇ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ, ਕਿਸੇ ਦੇ ਗੋਡੇ ਘੁੱਟਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਇੱਕ ਗੱਲ ਮੈਂ ਕਹਿ ਦੇਵਾਂ, ਕਈ ਵੀਰਾਂ ਦੇ ਕਮੈਂਟ ਜਿਹੜੇ ਮੈਂ ਰੀਡ ਕੀਤੇ ਨੇ, ਕਹਿੰਦੇ ਨੇ ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈ, ਗੁਰੂ ਤੋਂ ਬਗੈਰ ਮੁਕਤੀ ਨਹੀਂ ਹੈ। ਤਾਂ ਮੈਂ ਇੱਕ ਸਵਾਲ ਕਰਦਾ ਕਿ ਜਿਨ੍ਹਾਂ ਨੂੰ ਤੁਸੀਂ ਗੁਰੂ ਧਾਰਨ ਕੀਤਾ ਹੈ, ਉਹਨਾਂ ਦਾ ਕਿਹੜਾ ਗੁਰੂ ਹੈ? ਉਹ ਵੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਤੁਹਾਨੂੰ ਅਰਥ ਕਰਕੇ ਦੱਸ ਰਹੇ ਨੇ। ਕਿਤੇ ਤੁਸੀਂ ਉਹਨਾਂ ਨੂੰ ਗੁਰੂ ਧਾਰਨ ਕਰਕੇ ਬੈਠੇ ਹੋ, ਤੁਹਾਡਾ ਗੁਰੂ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਤੁਹਾਨੂੰ ਕਿਤੋਂ ਬਾਹਰੋਂ ਗੁਰੂ ਲੱਭਣ ਦੀ ਲੋੜ ਨਹੀਂ ਹੈ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨਾਂ ਨਾਲ ਜੁੜ ਜਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਖੁਦ ਗੁਰੂ ਹੈ। ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰੋਗੇ ਤੇ ਜ਼ਿੰਦਗੀ ਬਹੁਤ ਸਫਲ ਹੈ। ਤੇ ਜੇ ਸਿੱਖੋ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋ ਗਏ ਤੇ ਅੱਜ ਵੀ ਗਏ ਤੇ ਕੱਲ ਵੀ ਗਏ। ਹੁਣ ਜਿਹੜੀ ਆਖਰੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ, ਜਿਹੜੀ ਪੌੜੀ ਆਪਾਂ ਵਿਚਾਰੀ ਹੈ ਕਿ ਇਸ ਪੌੜੀ 'ਚ ਗੁਰੂ ਨਾਨਕ ਸਾਹਿਬ ਨੇ ਹਿੰਦੂ ਮਤ ਦੀ ਵੀ ਗੱਲ ਕੀਤੀ ਹੈ, ਇਸਲਾਮ ਆਦਿਕ ਮਤਾਂ ਦੀ ਵੀ ਗੱਲ ਕੀਤੀ ਹੈ, ਅਖੀਰ 'ਚ ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼ ਆਪਣੀ ਗੱਲ ਕੀਤੀ ਹੈ। ਇਹਦਾ ਮਤਲਬ ਹੈ ਸਿੱਖ ਇੱਕ ਵੱਖਰੀ ਕੌਮ ਹੈ। ਗੁਰੂ ਨਾਨਕ ਸਾਹਿਬ ਉਹਨਾਂ ਦੇ ਬਚਨਾਂ ਨੂੰ ਫੋਲੋ ਨਹੀਂ ਕਰਦੇ।
ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸੋਚ ਸੁੰਗੜੀ ਹੋਈ ਨਹੀਂ ਸੀ। ਗੁਰੂ ਨਾਨਕ ਸਾਹਿਬ ਬੜੀ ਵਿਸ਼ਾਲ ਇੱਕ ਤਾਕਤ ਦੇ ਮਾਲਕ ਸਨ ਤੇ ਵਿਸ਼ਾਲਤਾ ਦੇਖਦੇ ਸੀ ਪਰਮਾਤਮਾ ਦੀ। ਜਗਨਨਾਥਪੁਰੀ ਜਾਂਦੇ ਨੇ ਤੇ ਸੱਚੇ ਪਾਤਸ਼ਾਹ ਕਿਉਂ ਵਿਰੋਧ ਕਰਦੇ ਆਰਤੀ ਦਾ? ਜਿਹੜੀ ਆਰਤੀ ਉਹਨਾਂ ਦੇ ਸਾਹਮਣੇ ਇੱਕ ਪੱਥਰ ਦੀ ਮੂਰਤ ਦੀ ਕੀਤੀ ਜਾਂਦੀ ਹੈ ਜਗਨਨਾਥ ਦੀ, ਤੇ ਗੁਰੂ ਨਾਨਕ ਸਾਹਿਬ ਕਿਉਂ ਵਿਰੋਧ ਕਰਦੇ ਨੇ ਕਿ ਮੈਂ ਇੰਨੀ ਛੋਟੀ ਆਰਤੀ ਰੱਬ ਦੀ ਨਹੀਂ ਮੈਂ ਕਰਦਾ ਤੇ ਨਾ ਮੈਂ ਆਰਤੀ ਕਰ ਸਕਦਾ ਪਰਮਾਤਮਾ ਦੀ, ਕਿਉਂਕਿ ਰੱਬ ਬਹੁਤ ਵੱਡਾ ਹੈ, ਉਹਦੀ ਆਰਤੀ ਵੀ ਬਹੁਤ ਵੱਡੀ ਹੈ। ਤੇ ਤੁਸੀਂ 2-4 ਦੀਵੇ ਰੱਖ ਕੇ ਥਾਲੀ ਦੇ ਵਿੱਚ 2-4 ਫੁੱਲ ਰੱਖ ਕੇ ਐਦਾਂ ਘੁਮਾ ਕੇ ਉਲਟੇ ਸਿੱਧੇ ਤੇ ਤੁਸੀਂ ਰੱਬ ਦੀ ਆਰਤੀ ਕਰ ਲਓਗੇ। ਅੱਜ ਉਹਨਾਂ ਲੋਕਾਂ ਨੂੰ ਮੈਂ ਇਹ ਗੱਲ ਕਵਾਂ, ਸੁਚੇਤ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਥਾਲੀ ਵਿੱਚ ਦੀਵੇ ਰੱਖ ਕੇ ਆਰਤੀਆਂ ਕਰਨ ਵਾਲਿਓ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਪਾਸੇ ਉਹ ਸ਼ਬਦ ਪੜ੍ਹ ਰਹੇ ਹੋ ਜਿਹੜਾ ਨਕਲੀ ਆਰਤੀ ਦੇ ਵਿਰੋਧ ਵਿੱਚ ਉਚਾਰਿਆ ਗਿਆ ਤੇ ਸੱਚੀ ਆਰਤੀ ਕਰਨ ਦਾ ਉਪਦੇਸ਼ ਦਿੱਤਾ ਗਿਆ, ਤੇ ਦੂਸਰੇ ਪਾਸੇ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਤੋਹੀਨ ਕਰ ਰਹੇ ਹੋ ਉਹਨਾਂ ਦਾ ਸ਼ਬਦ ਗਾਇਨ ਕਰਕੇ। ਤੇ ਗੁਰੂ ਨਾਨਕ ਸਾਹਿਬ ਜੀ ਜਗਨਨਾਥਪੁਰੀ ਜਾਂਦੇ ਨੇ ਤੇ ਪੰਡਤਾਂ ਨੂੰ ਕਹਿੰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦਵਾ ਜੰਤ ਭੇਰੀ ਰਹਾਉ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਸਾਰਾ ਆਕਾਸ਼ ਥਾਲ ਹੈ, ਇਹਦੇ ਵਿੱਚ 2 ਦੀਵੇ ਵੱਡੇ ਵੱਡੇ ਜਗ ਰਹੇ ਨੇ, ਚੰਦਰਮਾ ਤੇ ਸੂਰਜ। ਤਾਰੇ ਜਿਹੜੇ ਨੇ ਇਹ ਮੋਤੀਆਂ ਦਾ ਕੰਮ ਕਰ ਰਹੇ ਨੇ, ਜਿਹੜੀ ਹਵਾ ਚੱਲ ਰਹੀ ਹੈ ਚੌਰ ਕਰ ਰਹੀ ਹੈ, ਜਿਹੜੀ ਖੁਸ਼ਬੂਦਾਰ ਬਨਸਪਤੀ ਹੈ ਉਹ ਧੂਪਾਂ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਹ ਆਰਤੀ ਉਹਦੀ ਬਣਾਈ ਹੋਈ ਕੁਦਰਤ ਖੁਦ ਕਰ ਰਹੀ ਹੈ। ਸਾਡੀ ਕੀ ਔਕਾਤ ਕਿ ਆਪਾਂ ਰੱਬ ਦੀ ਆਰਤੀ ਕਰੀਏ? ਤੇ ਜਿਨ੍ਹਾਂ ਦੀ ਆਰਤੀ ਉਤਾਰ ਰਹੇ ਹੋ ਰੱਬ ਨਹੀਂ ਹੈ। ਤੁਸੀਂ ਪੱਥਰਾਂ ਦੀਆਂ ਮੂਰਤੀਆਂ ਦੀ ਆਰਤੀ ਉਤਾਰ ਰਹੇ ਹੋ, ਰੱਬ ਨਹੀਂ ਹੈ। ਤੇ ਜੇ ਰੱਬ ਦੀ ਆਰਤੀ ਕਰਨੀ, ਰੱਬ ਤਾਂ ਬਹੁਤ ਮਹਾਨ ਹੈ, ਬਹੁਤ ਵੱਡਾ ਹੈ, ਤੇ ਉਹਦੀ ਆਰਤੀ ਕਰਨ ਦੇ ਲਈ ਵੀ ਤੁਹਾਨੂੰ ਮਹਾਨਤਾ ਉਹਦੀ ਜਾਣਨੀ ਪਏਗੀ। ਜਿਸ ਦਿਨ ਅਸੀਂ ਉਹਦੀ ਮਹਾਨਤਾ ਨੂੰ ਜਾਣ ਲਿਆ ਨਾ, ਫਿਰ ਸਾਡੇ ਅੰਦਰੋਂ ਹਉਮੈ ਦੂਰ ਹੋਣੀ ਹੈ। ਅਸੀਂ ਤਾਂ ਜਣੇ ਖਣੇ ਨੂੰ ਰੱਬ ਬਣਾ ਲੈਂਦੇ ਹਾਂ, ਫਲਾਣਾ ਰੱਬ ਹੈ ਜੀ, ਢੀਂਗੜਾ ਰੱਬ ਹੈ ਜੀ। ਰੱਬ ਨੇ ਸਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਪੈਦਾ ਕੀਤੇ ਨੇ। ਅਸੀਂ ਰੱਬ ਨਹੀਂ, ਅਸੀਂ ਰੱਬ ਪਰਮਾਤਮਾ ਨਹੀਂ ਹੋ ਸਕਦੇ। ਮੈਨੂੰ ਉਹਨਾਂ ਸਿੱਖਾਂ ਦੀ ਅੱਜ ਵੀ ਗੱਲ ਯਾਦ ਆਉਂਦੀ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਗੱਲ ਕਹੀ ਸੀ, ਸੱਚਿਆ ਪਾਤਸ਼ਾਹ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਚਲੇ ਜਾਓ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਕਿ ਜਿਸ ਜਗ੍ਹਾ ਤੇ ਮੈਂ ਆਪਣੇ ਪੁੱਤਰਾਂ ਤੋਂ ਪਿਆਰੇ ਸਿੱਖ ਕੁਰਬਾਨ ਕਰਾਏ ਨੇ, ਜਿਸ ਜਗ੍ਹਾ ਤੇ ਮੇਰਾ ਅਜੀਤ ਜੁਝਾਰ ਦਾ ਖੂਨ ਡੁੱਲਾ ਹੈ, ਉਸ ਜਗ੍ਹਾ ਨੂੰ ਛੱਡ ਕੇ ਮੈਂ ਕਿੱਦਾਂ ਚਲਾ ਜਾਵਾਂ? ਮੈਂ ਨਹੀਂ ਜਾਵਾਂਗਾ। ਪਰ ਸਿੱਖਾਂ ਦੇ ਪਿਆਰ ਸਾਹਮਣੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਵੀ ਝੁਕਣਾ ਪਿਆ ਤੇ ਸਤਿਗੁਰੂ ਨੂੰ ਉਹਨਾਂ ਨੇ ਕਿਹਾ ਸੀ, ਮਾਲਕਾ ਅਸੀਂ ਪੂਰੀ ਕੌਮ ਰਲ ਕੇ ਇੱਕ ਗੁਰੂ ਗੋਬਿੰਦ ਸਿੰਘ ਪੈਦਾ ਨਹੀਂ ਕਰ ਸਕਦੇ, ਲੇਕਿਨ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜਿਉਂਦੇ ਰਹੇ ਤੇ ਉਹਨਾਂ ਨੇ ਸਾਡੇ ਵਰਗੇ ਲੱਖਾਂ ਸਿੱਖ ਹੋਰ ਪੈਦਾ ਕਰ ਦੇਣੇ ਨੇ। ਇਹ ਗੱਲ ਪੱਲੇ ਬੰਨ੍ਹ ਲਿਓ। ਜੇ ਤੁਸੀਂ ਆਪਣੇ ਸਤਿਗੁਰੂ ਨਾਲ ਜੁੜ ਕੇ ਰਹਿੰਦੇ ਹੋ ਤੇ ਸਤਿਗੁਰੂ ਆਪਣੇ ਵਰਗਾ ਹੀ ਬਣਾ ਲੈਂਦਾ ਤੁਹਾਨੂੰ। ਤੇ ਸਤਿਗੁਰੂ ਦੀ ਵਿਸ਼ਾਲਤਾ ਹੀ ਇੰਨੀ ਮਹਾਨ ਹੈ ਕਿ ਸਤਿਗੁਰੂ ਨੇ ਸਾਡੇ ਵਰਗੇ ਪਤਾ ਨਹੀਂ ਹੋਰ ਕਿੰਨੇ ਪੈਦਾ ਕੀਤੇ ਨੇ, ਲੇਕਿਨ ਅਸੀਂ ਗੁਰੂ ਨਹੀਂ ਹੋ ਸਕਦੇ ਹਾਂ। ਅਸੀਂ ਗੁਰੂ ਦੀਆਂ ਸਿੱਖਿਆਵਾਂ ਉੱਤੇ ਪਹਿਰਾ ਦੇਣਾ ਹੈ। ਸੋ ਆਓ ਗੁਰਮੁਖੋ, ਇੱਕ ਤਾਂ ਸਿੱਖ ਇੱਕ ਵੱਖਰੀ ਕੌਮ ਹੈ, ਇਹਦਾ ਕਨਸੈਪਟ ਆਪਣੇ ਜੀਵਨ 'ਚ ਧਾਰਨ ਕਰ ਲਓ। ਬ੍ਰਾਹਮਣਾਂ ਵਾਲੇ ਸਾਰੇ ਕਰਮਕਾਂਡ ਛੱਡ ਦਿਓ। ਕੱਲਾ ਕਹਿਣਾ ਨਹੀਂ, ਅੱਜ ਤੋਂ ਧਾਗੇ ਤਵੀਤ ਬੰਨਣੇ ਬੰਦ ਕਰੋ, ਰੱਖੜੀਆਂ ਰੁੱਖੜੀਆਂ ਬੰਨਣੀਆਂ ਬੰਦ ਕਰੋ, ਜੋਤਾਂ ਜਗਾਉਣੀਆਂ ਬੰਦ ਕਰੋ, ਟੱਲ ਖੜਕਾਉਣੇ ਬੰਦ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਨਗਾਰਾ ਵੱਜਦਾ ਹੁੰਦਾ ਸੀ। ਅੱਜ ਸਿੱਖ ਜਿਹੜੀਆਂ ਉਹ ਟੱਲੀਆਂ ਖੜਕਾਉਂਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ। ਟੱਲੀਆਂ ਜੋਗੇ ਰਹਿ ਗਏ ਆਪਾਂ, ਨਗਾਰੇ ਤੋਂ ਟੱਲੀਆਂ ਤੱਕ ਆਪਾਂ ਆ ਗਏ ਹਾਂ। ਪਤਾ ਨਹੀਂ ਹੋਰ ਕਿੱਥੇ ਜਾ ਕੇ ਡਿੱਗਾਂਗੇ। ਸੋ ਆਪਣੀ ਕੌਮ ਦੀ ਇੱਕ ਵੱਖਰੀ ਪਹਿਚਾਣ ਵੀ ਬਣਾਓ। ਉਹ ਜਿਹੜੇ ਉਹ ਕਰਮਕਾਂਡ ਨੇ ਉਹਨਾਂ ਦਾ ਖਹਿੜਾ ਛੱਡੋ, ਫਿਰ ਜਾ ਕੇ ਗੱਲ ਬਣਨੀ ਹੈ। ਜੇ ਉਹ ਸਾਨੂੰ ਅੱਜ ਕਹਿ ਰਹੇ ਨੇ ਸਿੱਖ ਹਿੰਦੂ ਹੀ ਹੈ, ਕਿਤੇ ਨਾ ਕਿਤੇ ਕਸੂਰ ਸਾਡਾ ਵੀ ਤਾਂ ਹੈਗਾ ਹੀ ਹੈ ਨਾ, ਕਿਉਂਕਿ ਅਸੀਂ ਵੀ ਉਹੀ ਕਰਮਕਾਂਡ ਕਰਦੇ ਹਾਂ। ਅਸੀਂ ਵੀ ਤਾਂ ਉਹੀ ਸਾਰੇ ਵਹਿਮ ਪਾਲੇ ਆ। ਪੰਡਤਾਂ ਜੋਤਸ਼ੀਆਂ ਦੇ ਕੋਲੋਂ ਸਾਹੇ ਤਾਂ ਅਸੀਂ ਵੀ ਕਢਾਉਂਦੇ ਹਾਂ, ਧਾਗੇ ਤਵੀਤ ਅਸੀਂ ਵੀ ਪਾਉਂਦੇ ਹਾਂ, ਮੰਦਰਾਂ ਦੇ ਟਲ ਤਾਂ ਆਪਾਂ ਵੀ ਜਾ ਕੇ ਖੜਕਾਉਂਦੇ ਹਾਂ, ਦੇਵੀ ਦੇਵਤਿਆਂ ਦੀਆਂ ਮੂਰਤਾਂ ਘਰਾਂ ਵਿੱਚ ਆਪਾਂ ਵੀ ਰੱਖੀਆਂ ਹੋਈਆਂ। ਸੋ ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ ਇੱਕ ਓਂਕਾਰ ਵਾਲਾ, ਉਹਨੂੰ ਆਪਣੇ ਜੀਵਨ 'ਚ ਫੋਲੋ ਕਰੋ, ਫਿਰ ਜਾ ਕੇ ਗੱਲ ਬਣਨੀ ਹੈ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।